ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਬਦ ਅਵਤਾਰ ਸ਼ਾਂਤੀ ਦੇ ਪੁੰਜ ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜੀ ਸਰਬੱਤ ਸੰਗਤ ਮਾਈ ਭਾਈ, ਆਓ ਸਾਰੇ ਰਲ ਮਿਲ ਕੇ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਦੀ ਅੰਮ੍ਰਿਤ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਦੀ ਪਾਕ ਪਵਿੱਤਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਆਓ ਸਾਰੇ ਇੱਕ ਵਾਰੀ ਇਕਾਗਰ ਚਿੱਤ ਹੋ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਵਿਚਾਰ ਲਈ ਬਾਣੀ ਦਾ ਮੂਲ ਪਾਠ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਬਿਲਾਵਲ ਮਹੱਲਾ ਪਹਿਲਾ। ਥਿਤੀ ਘਰ ਦਸਵਾਂ ਜਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਚੌਦਸ ਚੌਥੇ ਥਾਵੇਂ ਲਹਿ ਪਾਵੈ, ਰਾਜਸ ਤਾਮਸ ਸਤ ਕਾਲ ਸਮਾਵੈ। ਚੌਦਸ ਚੌਥੇ ਥਾਵੇਂ ਲਹਿ ਪਾਵੈ, ਰਾਜਸ ਤਾਮਸ ਸਤ ਕਾਲ ਸਮਾਵੈ। ਸਸਿਅਰ ਕੈ ਘਰ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਚੌਦਸ ਭਵਨ ਪਾਤਾਲ ਸਮਾਏ, ਖੰਡ ਬ੍ਰਹਮੰਡ ਰਹਾ ਲਿਵ ਲਾਏ। ਆਮ ਵਸਿਆ ਚੰਦ ਗੁਪਤ ਗੈਣਾਰ, ਬੂਝੋ ਗਿਆਨੀ ਸ਼ਬਦ ਵਿਚਾਰ। ਸਸਿਅਰ ਗਗਨ ਜੋਤ ਤਿਹੁ ਲੋਈ, ਕਰ ਕਰ ਵੇਖੈ ਕਰਤਾ ਸੋਈ। ਗੁਰ ਤੇ ਦਿਸੈ ਸੋ ਤਿਸ ਹੀ ਮਾਹੇ, ਮਨ ਮੁਖ ਭੂਲੇ ਆਵਹਿ ਜਾਹੇ। ਗੁਰ ਤੇ ਦਿਸੈ ਸੋ ਤਿਸ ਮਾਹੇ, ਮਨ ਮੁਖ ਭੂਲੇ ਆਵਹਿ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰਮ ਸਨਮਾਨਯੋਗ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਪਰਾਜਮਾਨ ਸੁਸ਼ੋਭਿਤ ਸੁਭਾਇਮਾਨ ਸਤਿਕਾਰਯੋਗ ਸਰਬੱਤ ਸੰਗਤ ਮਾਈ ਭਾਈ, ਇਹ ਪਾਵਨ ਪਵਿੱਤਰ ਬਾਣੀ ਜਿਹੜੀ ਹੁਣੇ ਹੀ ਪੜ੍ਹੀ ਗਈ ਹੈ ਤੇ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਇਸ ਬਾਣੀ ਨੂੰ ਸਰਵਣ ਕੀਤਾ ਹੈ, ਸੁਣੇ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਕੋਟਨ ਕੋਟ ਧੰਨਵਾਦ ਹੈ। ਆਪ ਜੀਆਂ ਨੇ ਬਾਣੀ ਨੂੰ ਸਰਵਣ ਕੀਤਾ ਹੈ, ਸੁਣੇ। ਬਿਲਾਵਲ ਮਹੱਲਾ ਪਹਿਲਾ।
ਥਿਤੀ ਘਰ ਦਸਵਾਂ ਜਤ, ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਇਸ ਸਰਲੇਖ ਦੇ ਹੇਠ ਰਾਗ ਬਿਲਾਵਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਥਿਤੀ ਨਾਮ ਦੀ ਬਾਣੀ ਅਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੜੀਵਾਰ ਪੜ੍ਹਦੇ ਆ ਰਹੇ ਹਾਂ ਤੇ ਵਿਚਾਰਦੇ ਆ ਰਹੇ। ਸਤਿਗੁਰੂ ਜੀ ਨੇ ਸਾਨੂੰ ਤਿਥਾਂ ਦੇ ਹਿਸਾਬ ਦੇ ਨਾਲ ਉਪਦੇਸ਼ ਬਖਸ਼ਿਆ। ਏਕਮ ਦੂਜ ਤੀਜ ਚੌਥ ਪੰਚਮੀ ਛਠ ਸਤਿਓਂ ਅਠਿਓਂ ਨੌਵੀਂ ਦਸਵੀਂ ਇਕਾਦਸ਼ੀ ਦਵਾਦਸ਼ੀ ਤ੍ਰੋਦਸ਼ੀ ਤੇ ਅੱਜ ਅਸੀਂ ਪੜ੍ਹਿਆ ਹੈ ਚੌਦਸ। ਚੌਦਸ ਵਾਲੇ ਦਿਨ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਹਰਾ ਪੀਰ ਜਗਤ ਗੁਰੂ ਬਾਬਾ ਜਗਤ ਗੁਰੂ ਸਾਨੂੰ ਉਪਦੇਸ਼ ਦੇ ਰਹੇ ਹਨ। ਰੋਜ਼ ਮਹੀਨਿਆਂ ਦੇ ਹਿਸਾਬ ਦੇ ਨਾਲ, ਤਰੀਕਾਂ ਦੇ ਹਿਸਾਬ ਦੇ ਨਾਲ, ਦਿਨਾਂ ਦੇ ਹਿਸਾਬ ਦੇ ਨਾਲ, ਪਹਿਰਿਆਂ ਦੇ ਹਿਸਾਬ ਦੇ ਨਾਲ ਸਤਿਗੁਰੂ ਜੀ ਨੇ ਸਾਨੂੰ ਸਮਝਾਉਣ ਦੇ ਲਈ ਸਾਰੇ ਢੰਗ ਵਰਤੇ ਹੋਏ। ਹਰ ਇੱਕ ਢੰਗ ਦੇ ਨਾਲ ਗੁਰੂ ਸਾਹਿਬਾਨ ਨੇ ਸਾਨੂੰ ਰੂਹਾਨੀ ਉਪਦੇਸ਼ ਦਿੱਤਾ। ਅੱਜ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਹਨ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਵਿਚਾਰ ਸਾਂਝੀ ਕਰੋ। ਸਤਿਗੁਰੂ ਜੀ ਨੇ ਫਰਮਾਇਆ ਹੈ ਚੌਦਸ ਚੌਥੇ ਥਾਵੇਂ ਲਹਿ ਪਾਵੇ। ਚੌਦਸ ਵਾਲੇ ਦਿਨ ਉਪਦੇਸ਼ ਹੈ ਚੌਥੇ ਥਾਵੇਂ ਲਹਿ ਪਾਵੇ। ਚੌਥੀ ਥਾਂ ਤੇ ਤਿੰਨ ਥਾਵਾਂ ਲੰਘ ਕੇ ਨਾ ਫਿਰ ਚੌਥੀ ਥਾਂ ਦੀ। ਪਹਿਲਾਂ ਇੱਕ ਥਾਂ ਲੰਘ ਪਏ, ਫਿਰ ਦੂਜੀ, ਫਿਰ ਤੀਜੀ, ਫਿਰ ਚੌਥੀ। ਇਹ ਮਸਲਾ ਕੀ ਹੈ? ਸਾਡੀ ਸਮਝ ਤੋਂ ਪਰੇ ਦੀ ਗੱਲ ਹੈ। ਜਦੋਂ ਅਸੀਂ ਗੁਰਬਾਣੀ ਨੂੰ ਐਨ ਧਿਆਨ ਨਾਲ ਪੜ੍ਹਾਂਗੇ ਤਾਂ ਗੁਰੂ ਜੀ ਕਿਰਪਾ ਕਰਦੇ ਹਨ ਜ਼ਰੂਰ। ਸਾਡੇ ਕੁਛ ਨਾ ਕੁਛ ਪੱਲੇ ਪੈਂਦਾ ਫਿਰ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਨੂੰ ਤਿੰਨ ਕਿਹਾ ਜਾਂਦਾ ਹੈ। ਤਿੰਨ ਗੁਣ। ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਇ। ਨਾਨਕ ਸੰਤ ਨਿਰਮਲ ਭਏ, ਮਨ ਤਨ ਵਸਿਆ ਸੋਏ। ਕਹਿੰਦੇ ਇਹ ਜਿਹੜਾ ਸਾਰਾ ਸੰਸਾਰ ਹੈ ਨਾ, ਤਿੰਨਾਂ ਗੁਣਾਂ ਦੇ ਵਿੱਚ ਵਿਚਰ ਰਿਹਾ ਹੈ। ਤਾਮਸੀ ਲੋਕ ਹਨ, ਰਜੋਗੁਣੀ ਲੋਕ ਹਨ, ਸਤੋਗੁਣੀ ਲੋਕ ਹਨ। ਬਹੁਤ ਘੱਟ ਲੋਕ ਹਨ ਜਿਹੜੇ ਤੁਰਿਆ ਅਵਸਥਾ ਵਿੱਚ ਵਿਚਰਦੇ ਹਨ, ਚੌਥੇ ਪਦ ਦੇ ਵਿੱਚ ਵਿਚਰਦੇ ਹਨ। ਨਹੀਂ, ਆਮ ਤੌਰ ਤੇ
ਬਹੁਤਾਤ ਜਿਹੜੀ ਹੈ ਉਹ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਖਚਿਤ ਹੋਈ ਪਈ। ਤਿੰਨਾਂ ਗੁਣਾਂ ਵਿੱਚ ਤਾਮਸੀ ਲੋਕ ਹਨ, ਰਜੋਗੁਣੀ ਲੋਕ ਹਨ ਤੇ ਸਤੋਗੁਣੀ ਲੋਕ ਹਨ। ਇਸ ਤੋਂ ਅੱਗੇ ਅਗਲਾ ਜਿਹੜਾ ਸਟੈਪ ਹੈ ਉਹ ਨਹੀਂ ਲੰਘ ਰਹੇ। ਚੌਦਸ ਚੌਥੇ ਥਾਵੇਂ ਲਹਿ ਪਾਵੈ। ਚੌਥੇ ਪਦ ਦੇ ਵਿੱਚ ਪ੍ਰਵੇਸ਼ ਕਰ ਜਾਏ ਰਜੋਗੁਣ, ਤਮੋਗੁਣ ਤੇ ਸਤੋਗੁਣ ਨੂੰ ਲੰਘ ਕੇ। ਇਹ ਰਜੋਗੁਣ, ਸਤੋਗੁਣ ਤੇ ਤਮੋਗੁਣ ਹੁੰਦਾ ਕੀ ਹੈ? ਇਹ ਜਿਹੜਾ ਆਪਾਂ ਸੰਸਾਰਕ ਮੰਡਲ ਹੈ ਨਾ ਸਾਡਾ, ਇਹਦੇ ਵਿੱਚ ਜੋ ਕੁਝ ਹੋ ਰਿਹਾ ਹੈ ਇਹ ਸਾਰਾ ਇਹਨਾਂ ਤਿੰਨਾਂ ਗੁਣਾਂ ਵਿੱਚ ਹੋ ਰਿਹਾ। ਇਸ ਮੰਡਲ ਦੇ ਵਿੱਚੋਂ ਨਿਕਲ ਕੇ ਨਿਰੰਕਾਰਕ ਮੰਡਲ ਵਿੱਚ ਪ੍ਰਵੇਸ਼ ਕਰ। ਨਿਰੰਕਾਰਕ ਮੰਡਲ ਵਿੱਚ, ਸੰਸਾਰਕ ਮੰਡਲ ਦੇ ਵਿੱਚੋਂ ਆਪਣੀ ਬਿਰਤੀ ਨੂੰ ਉਠਾ ਕੇ, ਆਪਣੀ ਸੁਰਤ ਨੂੰ ਉਠਾ ਕੇ ਨਿਰੰਕਾਰਕ ਮੰਡਲ ਵਿੱਚ ਪ੍ਰਵੇਸ਼ ਕਰਾਉਣਾ। ਕਈ ਵਾਰੀ ਆਪਾਂ ਨੇ ਸੁਣਿਆ ਹੈ ਕਿ ਫਲਾਣੇ ਬੰਦੇ ਪਹੁੰਚੇ ਹੋਏ ਹਨ, ਬੜੇ ਪਹੁੰਚੇ ਹੋਏ ਹਨ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਉਹ ਕਿੱਥੇ ਪਹੁੰਚੇ ਹੋਏ ਹਨ। ਉਂਝ ਆਪਾਂ ਕਹਿ ਦਿੰਦੇ ਹਾਂ ਫਲਾਣੇ ਮਹਾਂਪੁਰਖ ਨਾ ਪਹੁੰਚੇ ਹੋਏ ਪੁਰਖ ਹਨ, ਪਰ ਪਹੁੰਚੇ ਹੋਏ ਕਿੱਥੇ ਹਨ? ਉਹ ਅੰਬਾਲੇ ਪਹੁੰਚੇ ਹੋਏ ਹਨ ਜਾਂ ਪਟਿਆਲੇ ਪਹੁੰਚੇ ਹੋਏ ਹਨ, ਕਿੱਥੇ ਪਹੁੰਚੇ ਹੋਏ? ਉਹ ਗੱਲ ਇਹੋ ਹੀ ਹੁੰਦੀ ਹੈ ਕਿ ਉਹ ਜਿਹੜੇ ਮਹਾਂਪੁਰਖ ਹਨ ਗੁਰੂ ਕੇ ਪਿਆਰੇ, ਉਹ ਨਾ ਰਜੋਗੁਣ, ਤਮੋਗੁਣ ਤੇ ਸਤੋਗੁਣ ਨੂੰ ਲੰਘ ਕੇ ਚੌਥੇ ਪਦ ਵਿੱਚ ਤੁਰਿਆ ਅਵਸਥਾ ਦੇ ਵਿੱਚ ਨਿਰੰਕਾਰਕ ਮੰਡਲ ਦੇ ਵਿੱਚ, ਸੱਚਖੰਡ ਦੇ ਵਿੱਚ ਪਹੁੰਚੇ ਹੋਏ ਹਨ। ਅੱਛਾ ਜੀ, ਸਾਨੂੰ ਤਾਂ ਅੱਜ ਪਤਾ ਲੱਗਿਆ। ਚੌਦਸ ਚੌਥੇ ਥਾਵੇਂ ਲਹਿ ਪਾਵੈ, ਰਾਜਸ ਤਾਮਸ ਸਤ ਕਾਲ ਸਮਾਵੈ। ਕਾਲ ਤੋਂ ਵੀ ਅੱਗੇ ਲੰਘ ਗਏ, ਕਾਲ ਤੋਂ ਅੱਗੇ, ਕਾਲ ਤੋਂ ਅੱਗੇ ਲੰਘ ਕੇ ਕੀ ਬਣ ਗਏ? ਅਕਾਲ। ਜਿੱਥੇ ਕਾਲ ਨਹੀਂ ਹੈ, ਜਿੱਥੇ ਸਮਾਂ ਨਹੀਂ ਹੈ, ਜਿੱਥੇ ਮੌਤ ਨਹੀਂ ਹੈ, ਜਿੱਥੇ ਟਾਈਮ ਨਹੀਂ ਹੈ, ਜਿੱਥੇ ਵਕਤ ਨਹੀਂ ਹੈ, ਜਿੱਥੇ ਅਸਰ ਨਹੀਂ, ਜਿੱਥੇ ਪ੍ਰਭਾਵ ਨਹੀਂ ਹੈ ਕਿਸੇ ਵੀ ਚੀਜ਼ ਦਾ, ਨਾ ਖੁਸ਼ੀ ਦਾ, ਨਾ ਗਮੀ ਦਾ, ਨਾ ਹਰਖ ਦਾ, ਨਾ ਸੋਗ ਦਾ, ਨਾ ਘਾਟੇ ਦਾ, ਨਾ ਵਾਧੇ ਦਾ, ਨਾ ਇੱਜ਼ਤ ਦਾ, ਨਾ ਬੇਇੱਜ਼ਤੀ ਦਾ, ਨਾ ਸੋਨੇ ਦਾ, ਨਾ ਮਿੱਟੀ ਦਾ, ਨਾ ਜ਼ਹਿਰ ਦਾ, ਨਾ ਦੁੱਖ ਦਾ, ਨਾ ਸੁੱਖ ਦਾ। ਇਹੋ ਜਿਹੀ ਜਿਹੜੀ ਅਵਸਥਾ ਹੈ ਇਹ ਵੀ ਇੱਕ ਆਤਮਿਕ ਪੋਜੀਸ਼ਨ ਹੈ, ਆਤਮਿਕ ਪੋਜੀਸ਼ਨ। ਕਿਉਂਕਿ ਅਸੀਂ ਇਸ ਅਵਸਥਾ ਨੂੰ ਮਾਣਿਆ ਨਹੀਂ ਹੈ ਤੇ ਨਾ ਅਸੀਂ ਪਹੁੰਚੇ ਹਾਂ, ਇਸ ਕਰਕੇ ਸਾਨੂੰ ਐਵੇਂ ਗੱਪ ਜਿਹੀ ਲੱਗਦੀ ਹੈ। ਤਾਂ ਐਵੇਂ ਗੱਲਾਂ, ਬਸ ਐਵੇਂ ਫਜ਼ੂਲ ਦੀਆਂ ਗੱਲਾਂ। ਹੱਥ ਨਾ ਪਹੁੰਚੇ ਥੂ ਕੌੜੀ, ਤੋੜ ਸਕਿਆ ਨਾ ਕਹਿੰਦੇ ਅੰਗੂਰ ਖੱਟੇ ਹਨ। ਅੰਗੂਰ ਖੱਟੇ ਨਹੀਂ ਹਨ, ਸਾਡੇ ਕੋਲ ਤੋੜੇ ਹੀ ਨਹੀਂ ਗਏ। ਬਸ ਇਸੇ ਤਰ੍ਹਾਂ
ਸਤਿਗੁਰੂ ਜੀ ਫਰਮਾਨ ਕਰ ਰਹੇ ਹਨ, ਇਹ ਕਿਸ ਤਰ੍ਹਾਂ ਹੁੰਦਾ ਹੈ। ਸਸੀਅਰ ਕੈ ਘਰ ਸੂਰ ਸਮਾਵੈ, ਸਸੀਅਰ ਕੈ ਘਰ ਸੂਰ ਸਮਾਵੈ। ਸਸੀਅਰ ਕਹਿੰਦੇ ਹਨ ਚੰਦਰਮਾ ਨੂੰ, ਮੂਨ। ਚੰਦਰਮਾ ਦੇ ਘਰ ਦੇ ਵਿੱਚ ਨਾ ਸੂਰਜ ਸਮਾ ਗਿਆ ਆ ਕੇ। ਚੰਦਰਮਾ ਦੇ ਘਰ ਦੇ ਵਿੱਚ ਨਾ ਸੂਰਜ ਸਮਾ ਗਿਆ। ਸੂਰਜ ਲੁਕ ਗਿਆ ਤੇ ਚੰਦਰਮਾ ਚੜ ਗਿਆ, ਠੰਡਕ ਵਰਤ ਗਈ। ਗਿਆਨ ਦੇ ਘਰ ਦੇ ਵਿੱਚ, ਠੰਡਕ ਦੇ ਘਰ ਦੇ ਵਿੱਚ ਤਾਮਸੀ, ਰਾਜਸੀ ਤੇ ਸਤੋ ਗੁਣ ਜਿਹੜੇ ਹਨ ਉਹ ਵਿੱਚ ਸਮਾ ਗਏ। ਜਿਨ੍ਹਾਂ ਦੀ ਤਪਸ ਮਨੁੱਖ ਨੂੰ ਖਰਾਬ ਕਰ ਰਹੀ ਸੀ ਨਾ, ਉਹ ਜਿਹੜੀ ਤਪਸ ਸੀ, ਉਹ ਜਿਹੜੀ ਸੂਰਜੀ ਪ੍ਰਭਾਵ ਸੀ, ਉਹ ਚੰਦਰਮਾ ਦੇ ਵਿੱਚ ਸਮਾ। ਇਸ ਦਾ ਭਾਵ ਕੀ ਨਿਕਲਿਆ ਕਿ ਨਿਮਰਤਾ ਦੇ ਘਰ ਵਿੱਚ ਆ ਗਿਆ, ਸ਼ੀਤਲਤਾ, ਠੰਡ, ਠੰਡਾ ਸੁਭਾਅ। ਇੱਕ ਹੁੰਦਾ ਹੈ ਗਰਮ ਮਿਜਾਜ, ਗਰਮ ਸੁਭਾਅ। ਅਸੀਂ ਕਹਿੰਦੇ ਫਲਾਣੇ ਬੰਦੇ ਦਾ ਬਹੁਤ ਗਰਮ ਸੁਭਾਅ ਹੈ, ਤੱਤੇ ਸੁਭਾਅ ਦਾ ਬੰਦਾ। ਇੱਕ ਹੁੰਦਾ ਐਨ ਠੰਡੇ ਸੁਭਾਅ ਦਾ, ਇੰਨਾ ਠੰਡਾ ਸੁਭਾਅ, ਇੰਨਾ ਠੰਡਾ ਸੁਭਾਅ ਕਿ ਤੱਤੀ ਤਵੀ ਤੇ ਬਿਠਾਇਆ ਵੀ ਗਰਮ ਨਹੀਂ ਹੋਇਆ। ਤੱਤੀ ਤਵੀ ਤੇ ਬਿਠਾ ਦਿੱਤਾ, ਫਿਰ ਵੀ ਸੁਭਾਅ ਗਰਮ ਨਹੀਂ ਹੋਇਆ। ਨਾ ਕਿਸੇ ਨੂੰ ਗਾਲ ਕੱਢੀ, ਨਾ ਕਿਸੇ ਨੂੰ ਮੰਦਾ ਬੋਲਿਆ, ਨਾ ਕਿਸੇ ਨੂੰ ਝਿੜਕਿਆ, ਤੇ ਨਾ ਹੀ ਮੱਥੇ ਵਿੱਚ ਤਿਉੜੀਆਂ ਪਾਈਆਂ। ਅਸੀਂ ਇਤਿਹਾਸ ਪੜ੍ਹਦੇ ਹਾਂ, ਕਹਿੰਦੇ ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਪੜ੍ਹ ਰਹੇ ਸੀ ਬਾਣੀ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਚਿਹਰੇ ਤੇ ਮੁਸਕਰਾਹਟ ਸੀ। ਐਨੀ ਠੰਡਕ, ਐਨੀ ਠੰਡਕ, ਹੱਦ ਹੋ ਗਈ। ਭਈ ਤਾਂ ਹੀ ਵਿਰੋਧੀਆਂ ਨੇ ਕਿਹਾ, ਕਹਿੰਦੇ ਇਹ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ। ਇਹ ਸਿੱਖ ਜਿਹੜੇ ਹਨ ਨਾ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ। ਸਾਨੂੰ ਨਹੀਂ ਸਮਝ ਆਈ, ਆਣੀ ਵੀ ਨਹੀਂ ਹੈ। ਸਸੀਅਰ ਕੈ ਘਰ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਤਾਂ ਜੋਗ ਜੁਗਤ ਦੀ ਕੀਮਤ ਦਾ ਪਤਾ ਲੱਗਦਾ ਹੈ। ਜੋਗ ਜੁਗਤ ਕੀ ਹੁੰਦੀ ਹੈ? ਰੱਬ ਨਾਲ ਜੁੜਨ ਦੀ ਵਿਧੀ, ਪਰਮਾਤਮਾ ਦੇ ਨਾਲ ਇੱਕ ਮਿਕ ਹੋਣ ਦਾ ਤਰੀਕਾ। ਤਾਂ ਪਤਾ ਲੱਗਦਾ ਹੈ, ਤਾਂ ਗੱਲ ਬਣਦੀ ਹੈ। ਅਸੀਂ ਅਸੀਂ ਘਰੇ ਬੈਠੇ ਕਹੀ ਜਾਂਦੇ ਹਾਂ ਬਈ ਐਨ ਵਿਧੀ ਨਾਲ ਪਾਠ ਕਰੀਏ, ਐਨ ਵਿਧੀ ਨਾਲ ਫਲਾਣਾ ਕੰਮ ਕਰੀਏ, ਐਨ ਵਿਧੀ ਨਾਲ ਇਹ ਕੰਮ ਕਰੀਏ, ਐਨ ਵਿਧੀ ਨਾਲ ਇਹ ਕੰਮ ਕਰੀਏ। ਸਤਿਗੁਰੂ ਜੀ ਕਹਿੰਦੇ ਦੇਖੋ ਕਿੰਨੀ ਵਧੀਆ ਵਿਧੀ ਹੈ, ਜੁਗਤੀ ਹੈ। 14 ਭਵਨ ਪਾਤਾਲ ਸਮਾਏ, ਖੰਡ ਬ੍ਰਹਮੰਡ ਰਬ ਰਿਹਾ। ਖੰਡ ਬ੍ਰਹਮੰਡ ਰਿਹਾ ਲਿਵਲਾਏ। ਉਹ ਜਿਹੜਾ ਪਰਮਾਤਮਾ ਨਾ 14 ਭਵਨਾਂ ਵਿੱਚ ਸਮਾਇਆ ਹੋਇਆ। 14 ਭਵਨ, 14 ਪੜ੍ਹ ਰਹੇ ਹਨ ਆਪਾਂ, ਤੇ 14 ਭਵਨਾਂ ਦੀ ਗੱਲ ਹੋ ਰਹੀ ਹੈ। 14 ਭਵਨ ਕਿਹੜੇ? 7 ਆਕਾਸ਼ ਤੇ 7 ਪਤਾਲ। ਇਹਨਾਂ ਦੀ ਹੋਰ ਅੱਗੇ ਬ੍ਰਾਂਚਾਂ ਬਣੀਆਂ ਹੋਈਆਂ ਹਨ, 7 ਪਤਾਲਾਂ ਦੀਆਂ ਤੇ 7 ਆਕਾਸ਼ਾਂ ਦੀਆਂ। ਉਹ ਤਾਂ ਲੰਮੀ ਗੱਲ ਹੋ ਜਾਏਗੀ। ਤੇ ਫਿਰ ਖੰਡ ਬ੍ਰਹਮੰਡ,
ਇਸ ਸਾਰੇ ਵਿੱਚ ਜਿਹੜਾ ਪਰਮਾਤਮਾ ਸਮਾਇਆ ਹੋਇਆ ਹੈ, ਉਸ ਨਾਲ ਜੁੜਨ ਦੀ ਯੁਕਤੀ ਪ੍ਰਾਪਤ ਹੁੰਦੀ, ਤਰੀਕਾ ਮਿਲਦਾ ਹੈ। ਇਹ ਗੱਲਾਂ ਸਾਨੂੰ ਕਿਵੇਂ ਪਤਾ ਲੱਗਦੀਆਂ ਹਨ? ਅਸੀਂ ਕਿਹੜਾ ਮਾਂ ਦੇ ਪੇਟ ਵਿੱਚੋਂ, ਢਿੱਡ ਵਿੱਚੋਂ ਹੀ ਸਾਰਾ ਗਿਆਨ ਹਾਸਲ ਕਰਕੇ ਜੰਮੇ ਸੀ? ਗੁਰਬਾਣੀ ਪੜ੍ਹ ਪੜ੍ਹ ਕੇ ਹੀ ਪਤਾ ਲੱਗੇਗਾ, ਗੁਰਬਾਣੀ ਨੂੰ ਵਿਚਾਰ ਕੇ ਪਤਾ ਲੱਗੇਗਾ। ਆਮ ਤੌਰ ਤੇ ਗੁਰਦੁਆਰਿਆਂ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਨਹੀਂ ਹਨ, ਹੋਰ ਹੀ ਕਹਾਣੀਆਂ ਪਈਆਂ ਹੁੰਦੀਆਂ। ਲਓ ਜੀ, 14 ਹੋ ਗਈ ਖਤਮ। 14 ਤੋਂ ਬਾਅਦ ਆ ਗਈ ਹੈ ਅਮਾਵਸ, ਮੱਸਿਆ। ਮੱਸਿਆ ਆ ਗਈ। ਮੱਸਿਆ ਕਿਹਨੂੰ ਕਹਿੰਦੇ ਹਨ? ਜਿਸ ਦਿਨ ਚੰਦ ਬਿਲਕੁਲ ਗੁਪਤ ਹੋਵੇ, ਮਾੜਾ ਜਿਹਾ ਵੀ ਨਹੀਂ ਦਿਖ ਰਿਹਾ ਕਿਤੇ ਚੰਦਰਮਾ, ਐਨ ਖਤਮ ਹੋਇਆ ਹੈ, ਲੁਕਿਆ ਹੋਇਆ ਹੈ, ਪਰ ਹੈ ਜ਼ਰੂਰ। ਸੂਰਜ ਕਿਤੇ, ਚੰਦਰਮਾ ਕਿਤੇ ਗਿਆ ਥੋੜਾ ਹੈ। ਪਰ ਮੌਸ ਵਾਲੇ ਦਿਨ, ਅਮੱਸਿਆ ਵਾਲੇ ਦਿਨ ਸਾਨੂੰ ਦਿਖਦਾ ਹੀ ਨਹੀਂ ਹੈ। ਨੇਰ ਹੈ, ਉਸਦਾ ਨੇਰ ਹੈ। ਇਹ ਸ਼ੁਕਲ ਪੱਖ ਹੈ। ਸ਼ੁਕਲ ਨਹੀਂ, ਕ੍ਰਿਸ਼ਨ ਪੱਖ। ਇਸ ਨੂੰ ਬਦੀ ਪੱਖ ਵੀ ਕਿਹਾ ਜਾਂਦਾ, ਇਸ ਨੂੰ ਨੇਰ ਵੀ ਕਿਹਾ ਜਾਂਦਾ। ਨੇਰ ਵਾਲਾ ਪੰਦਰਵਾੜਾ ਹੈ। ਕੀ ਹੋਇਆ ਇਸ ਦਿਨ? ਆ ਮਮਸਿਆ ਚੰਦ ਗੁਪਤ ਗਹਿਣਾਰ। ਭਾਈ ਮੱਸਿਆ ਵਾਲੇ ਦਿਨ ਜਿਵੇਂ ਨਾ ਚੰਦਰਮਾ ਆਕਾਸ਼ ਦੇ ਵਿੱਚ ਗੁਪਤ ਹੁੰਦਾ ਹੈ, ਹੁੰਦਾ ਤਾਂ ਹੈ ਕਿਤੇ ਨਾ ਕਿਤੇ, ਪਰ ਸਾਡੇ ਵੱਲੋਂ ਤਾਂ ਗੁਪਤ ਹੀ ਹੈ, ਜੇ ਸਾਨੂੰ ਦਿਖ ਹੀ ਨਹੀਂ ਰਿਹਾ। ਉਸ ਦਿਨ ਹਨੇਰ ਦਾ ਪੱਖ ਹੈ, ਉਸ ਦਿਨ ਚੰਦਰਮਾ ਸਾਨੂੰ ਦਿਖ ਹੀ ਨਹੀਂ ਰਿਹਾ, ਖਬਰੇ ਕਿੱਥੇ ਹੈ? ਗੁਰੂ ਜੀ ਕਹਿੰਦੇ ਹਨ, ਬੁੱਝੋ ਗਿਆਨੀ ਸ਼ਬਦ ਵਿਚਾਰ। ਇਹ ਗਿਆਨਮਾਨ ਪੁਰਸ਼ੋ, ਤੁਸੀਂ ਸ਼ਬਦ ਦੀ ਵਿਚਾਰ ਕਰਕੇ ਸਮਝੋ ਤਾਂ ਸਹੀ ਇਸ ਗੱਲ ਨੂੰ ਕੀ ਚੱਕਰ ਹੋ ਰਿਹਾ ਹੈ। ਸਮਝੋ ਨਾ। ਇਹਨਾਂ ਗੱਲਾਂ ਨੂੰ ਸਮਝਣ ਦੀ ਸਾਡੇ ਕੋਲ ਟਾਈਮ ਹੀ ਨਹੀਂ ਹੈ, ਵਕਤ ਨਹੀਂ ਹੈ ਸਾਡੇ ਕੋਲ। ਸਾਨੂੰ 10 ਮਿੰਟ ਬੈਠਣਾ ਔਖਾ ਹੋ ਜਾਂਦਾ ਹੈ ਇਹੋ ਜਿਹੀਆਂ ਗੱਲਾਂ ਸਮਝਣ ਵਿੱਚ ਤੇ ਪੜ੍ਹਨ ਵਿੱਚ, ਕਿਉਂਕਿ ਠੰਡੇ ਦਿਮਾਗ ਨਾਲ ਬੈਠਣਾ ਪੈਂਦਾ। ਤੇ ਸਤਿਗੁਰੂ ਜੀ ਨੇ ਕਹਿੰਦੇ, ਬੁੱਝੋ ਗਿਆਨੀ ਸ਼ਬਦ ਵਿਚਾਰ। ਭਾਈ ਸ਼ਬਦ ਦੀ ਵਿਚਾਰ ਕਰਕੇ ਇਹਨਾਂ ਗੱਲਾਂ ਨੂੰ ਸਮਝੋ, ਤੁਸੀਂ ਬੁੱਝੋ ਇਹਨੂੰ। ਸਸੀਅਰ ਗਗਨ ਜੋਤ ਤਹਿ ਲੋਈ। ਜਿਵੇਂ ਚੰਦਰਮਾ ਸਾਰੇ 3 ਲੋਕਾਂ ਦੇ ਵਿੱਚ ਇੱਕੋ ਹੀ ਚੰਦਰਮਾ ਹੈ ਨਾ। ਚੰਦਰਮਾ ਤਾਂ ਕਈ ਨਹੀਂ ਨਾ ਇਸ ਮੰਡਲ ਵਿੱਚ। ਜਿਸ ਮੰਡਲ ਵਿੱਚ ਅਸੀਂ ਰਹਿ ਰਹੇ ਹਾਂ, ਇਸ ਮੰਡਲ ਵਿੱਚ ਇੱਕ ਸੂਰਜ ਹੈ, ਇੱਕ ਚੰਦਰਮਾ ਹੈ, ਹੋਰ ਤਾਂ ਨਹੀਂ। ਬਈ ਅਮਰੀਕਾ ਵਿੱਚ ਕੋਈ ਹੋਰ ਚੰਦਰਮਾ ਹੈ, ਕੈਨੇਡਾ ਵਿੱਚ ਕੋਈ ਹੋਰ ਚੰਦਰਮਾ ਹੈ, ਭਾਰਤ ਵਿੱਚ ਕੋਈ ਹੋਰ ਚੰਦਰਮਾ ਹੈ, ਇਸ ਤਰ੍ਹਾਂ ਤਾਂ ਨਹੀਂ ਹੈ। ਚੰਦਰਮਾ ਤਾਂ ਇੱਕੋ ਹੀ ਹੈ। ਬਈ ਜਿਵੇਂ ਚੰਦਰਮਾ ਇੱਕ ਹੀ ਹੈ ਨਾ, ਤੇ ਸਾਰਿਆਂ ਵਿੱਚ ਪ੍ਰਕਾਸ਼ ਤੇ ਠੰਡਕ ਵਰਤਾ ਰਿਹਾ ਹੈ, ਪਰਮਾਤਮਾ ਵੀ ਇੱਕ ਹੀ ਹੈ। ਪਰਮਾਤਮਾ ਕਿਹੜਾ ਹਜ਼ਾਰ ਹਨ? ਪਰਮਾਤਮਾ ਵੀ ਇਸੇ ਤਰ੍ਹਾਂ ਹੀ ਹੈ। ਜਿਵੇਂ ਚੰਦਰਮਾ ਸਮਾਇਆ ਹੋਇਆ ਹੈ ਮੱਸਿਆ ਵਾਲੇ ਦਿਨ ਆਕਾਸ਼ ਦੇ ਵਿੱਚ, ਪਰਮਾਤਮਾ ਵੀ ਇਸੇ ਤਰ੍ਹਾਂ ਹੀ ਸਾਰਿਆਂ ਵਿੱਚ ਸਮਾਇਆ ਹੋਇਆ, ਸਾਰਿਆਂ ਵਿੱਚ ਸਮਾਇਆ ਹੋਇਆ। ਸਮਾ ਕੇ ਉਹ ਕੀ ਕਰਦਾ ਹੈ? ਕਰ ਕਰ ਵੇਖੈ ਕਰਤਾ ਸੋਈ।
वो जिहड़ा करता पुरख है ना, वो कर करके ना बना बना के सारे सिस्टम नूं देख रहा, नज़रसानी कर रहा है। ये नहीं कि रब सानू देख नहीं रहा, वो सारा कुछ देख रहा है, सारा कुछ देख। चाहे असीं देख किवाड़ अनक परदे में दरवाजियां नूं भेड़ के अनेकां पड़दियां दे विच बैठ के कोई काम करिए, रब उत्थे देख रहा। वो देखै उन्हां नज़र ना आवे, बहुत आई बेटा, वो तो सानू देख रहा है पर असीं उसनूं देख नहीं रहे। इहो ही तो हैरानी वाली गल है, वो सानू लुक लुक के देखी जा रहा है, सानू दिख ही नहीं रहा। ये चंगी लुकण मिट्टी है। फिर दिसदा किवें है? गुरु दे नाल, गुरु ते दिसदा है, गुरु तो परमात्मा दिसदा है। भाई गुरु परमात्मा नूं किवें दिखा दिंदा है? गुरु जिहड़ा है ना, सतगुरु, अखां दा ऑपरेशन ही कर दिंदा है। नेत्र प्रकाश की ओ गुरदेव, नेत्रां दे विच प्रकाश पा दिता, रोशनी पा दी, बेन अखां दे दित्तियां, होर अखां दे दित्तियां, जिन्हां अखां दे नाल रब नजर से अखड़ियां बेन जिन्हां दे संतरो मां पीरी, वो अखां सतगुरु जी ने दे दी। दिसन लग पिया मन दे नेत्रहीणे नूं, दिसन लग पिया। पर सानू तो दिखदा नहीं किते। दिसदा इस करके नहीं, असीं अजे गुरमुख नहीं बने, असीं मनमुख। गुरु जी कहते हैं मनमुख भुले आम है जाए। भाई मनमुख हन, भुले हुए हन, भटके हुए हन, ये तो बस आउंदे हन चले जाते हैं, आउंदे हन चले जाते हैं, आउंदे हन चले जाते हैं, बस चक्कर विच पए हुए हन। गधी गेड़ इनू कह दिंदे हैं अपनी पुआली बोली विच, गधी गेड़ विच पए हुए हैं, आ रहे हैं जा रहे हैं, आ रहे हैं जा रहे हैं, ना कुछ लैके आए ना कुछ लैके गए। ज्यों आया त्यों जासी बौरे, जिमें आया है तिवें चला जाता है मूर्ख। बई इस तरह चक्कर विच पए हुए हैं मनमुख हन। बस फिर इस मसले का हल की है? घर दर थाप थिर थान सुहावै। घर दर, दर घर, दर दर दी दूर दूर दे नालों एक दर दा तू हो जा। पहलों तू दर दर ते घूमदा फिरदा है, तेरी दूर दूर हो रही है सारियां थावां ते। तू सारियां दरां नूं छड्ड के एक दर कोल आ जा। पहलों वो दर केड़ा है जिस बारे लिखा है, सो दर कैसे छोड़िए जो दर ऐसा होए, डिठै सभै थाम नहीं तुद जिहा। जिसका असीं रोज पाठ करते हैं, सोदर तेरा केहा सो घर केहा। उस सो दर दे विच, सो घर दे विच अपने आप नूं स्थापित करना है। उत्थे स्थापित करना।
ਜੇ ਅਸੀਂ ਰੱਬ ਦੇ ਘਰ ਵਿੱਚ ਪਹੁੰਚਾਂਗੇ ਹੀ ਨਹੀਂ, ਸੱਚਖੰਡ ਵਿੱਚ ਪਹੁੰਚਾਂਗੇ ਹੀ ਨਹੀਂ, ਫਿਰ ਨਿਰੰਕਾਰ ਕਿਵੇਂ ਮਿਲੇਗਾ? ਅਸੀਂ ਰੋਜ਼ ਪੜ੍ਹਦੇ ਸੱਚਖੰਡ ਵਸੇ ਨਿਰੰਕਾਰ। ਭਾਈ ਸੱਚਖੰਡ ਜਿਹੜਾ ਹੈ ਨਾ, ਨਿਰੰਕਾਰ ਸੱਚਖੰਡ ਵਿੱਚ ਵਸਦਾ ਹੈ। ਭਾਈ ਜੇ ਕੋਈ ਸੱਚਖੰਡ ਵਿੱਚ ਜਾਏਗਾ ਤਾਂ ਹੀ ਨਿਰੰਕਾਰ ਦੇ ਦਰਸ਼ਨ ਹੋਣਗੇ, ਤਾਂ ਹੀ ਪ੍ਰਮਾਤਮਾ ਦੇ ਦਰਸ਼ਨ ਹੋਣਗੇ, ਤਾਂ ਹੀ ਗੱਲ ਬਣੇਗੀ ਨਾ। ਤਾਂ ਸਤਿਗੁਰੂ ਜੀ ਨੇ ਫਰਮਾਇਆ, ਘਰ ਦਰ ਥਾਪ ਫਿਰ ਥਾਨ ਸੁਹਾਵੈ। ਭਾਈ ਉਸ ਘਰ ਦੇ ਵਿੱਚ, ਉਸ ਦਰ ਦੇ ਵਿੱਚ ਜਿਹੜਾ ਪ੍ਰਮਾਤਮਾ ਦਾ ਦਰ ਹੈ, ਪ੍ਰਮਾਤਮਾ ਦਾ ਘਰ ਹੈ, ਉਸ ਦੇ ਵਿੱਚ ਆਪਣੇ ਆਪ ਨੂੰ ਸਥਾਪਨ ਕਰੇ ਤੇ ਥਿਰ ਰਹੇ ਉੱਤੇ। ਥਿਰ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਟ ਸਵਾਰੇ। ਗੱਲ ਬਣ ਗਈ। ਆਪ ਪਛਾਣੈ ਜਾਂ ਸਤਿਗੁਰੂ ਪਾਵੈ। ਭਾਈ ਜਦੋਂ ਸਤਿਗੁਰੂ ਬੰਦਾ ਸਤਿਗੁਰੂ ਜੀ ਨੂੰ ਪਾਉਂਦਾ ਹੈ, ਸਤਿਗੁਰੂ ਜੀ ਦੀ ਪ੍ਰਾਪਤੀ ਕਰਦਾ ਹੈ, ਗੁਰੂ ਵਾਲਾ ਬਣਦਾ ਹੈ, ਤਾਂ ਫਿਰ ਮਨੁੱਖ ਨੂੰ ਪਹਿਲਾਂ ਆਪਣੇ ਆਪ ਦੀ ਪਛਾਣ ਹੁੰਦੀ ਹੈ। ਆਪਣੇ ਆਪ ਦੀ ਪਛਾਣ। ਕਈ ਗੱਲਾਂ ਸਾਨੂੰ ਬੜੀਆਂ ਉੱਪਰੀਆਂ ਜਿਹੀਆਂ ਲੱਗਦੀਆਂ ਹਨ, ਅਸੀਂ ਕਹਿੰਦੇ ਵੀ ਸਰ ਮੈਨੂੰ ਆਪਣੇ ਆਪ ਦੀ ਪਛਾਣ ਨਹੀਂ ਹੈ। ਮੈਨੂੰ ਪਛਾਣ ਹੈ ਆਪਣੀ, ਪਰ ਗੁਰੂ ਜੀ ਕਹਿ ਰਹੇ ਹਨ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੇ ਗੁਰੂ ਜੀ ਨੇ ਪੁੱਛ ਲਿਆ, ਤੂੰ ਕੌਣ ਰੇ? ਤੂੰ ਹੈ ਕੌਣ? ਤੂੰ ਕਿੱਥੋਂ ਆਇਆ ਹੈ? ਕੌਣ ਹੈ ਤੂੰ? ਜਦੋਂ ਸਾਹ ਅਨੈਤ ਨੇ ਬੁੱਲੇ ਨੂੰ ਪੁੱਛਿਆ ਤਾਂ ਬੁੱਲੇ ਨੇ ਜਵਾਬ ਦੇ ਦਿੱਤਾ, ਬੁੱਲਿਆ ਕੀ ਜਾਣਾ ਮੈਂ ਕੌਣ? ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ। ਤੇ ਗੁਰਬਾਣੀ ਨੇ ਵੀ ਕਹਿ ਦਿੱਤਾ, ਆਪਣਾ ਮੂਲ ਪਛਾਣ। ਤੇ ਭਗਤ ਨਾਮਦੇਵ ਜੀ ਦੇ ਨਾਲ ਰੱਬ ਦੀ ਗੱਲ ਹੋਈ, ਰੱਬ ਨੇ ਪੁੱਛਿਆ ਤੂੰ ਕੌਣ ਰੇ? ਭਗਤ ਜੀ ਬੜੀ ਨਿਮਰਤਾ ਦੇ ਨਾਲ ਬੋਲੇ, ਮੈਂ ਜੀ ਨਾਮਾ। ਇੰਨੀ ਕੁ ਗੱਲ। ਆਪ ਪਛਾਣੈ ਜਾਂ ਸਤਿਗੁਰ ਪਾਵੈ। ਭਾਈ ਜਦੋਂ ਸਤਿਗੁਰੂ ਜੀ ਦੀ ਪ੍ਰਾਪਤੀ ਕਰਦਾ ਹੈ, ਗੁਰੂ ਵਾਲਾ ਬਣਦਾ ਹੈ, ਤਾਂ ਆਪਣੇ ਆਪ ਦੀ ਪਛਾਣ ਹੁੰਦੀ ਹੈ। ਫਿਰ ਆਸਾ ਅਤੇ ਮਨਸਾ, ਇਹਨਾਂ ਦੋਹਾਂ ਦਾ ਨਾਸ ਹੁੰਦਾ। ਬੰਦਾ ਨਿਰਾਸ ਹੋ ਕੇ ਜਿਉਂਦਾ। ਆਸਾ ਮਨਸਾ ਸਗਲ ਤਿਆਗੈ। ਆਸਾ ਅਤੇ ਮਨਸਾ ਸਗਲ ਤਿਆਗੈ। ਪਾਵੈ ਪਦ ਨਿਰਵਾਣੀ, ਨਿਰਵਾਣ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਆਸਾ ਤੇ ਮਨਸਾ ਨੂੰ ਛੱਡ। ਆਸਾ ਤੇ ਮਨਸਾ ਇੱਕ ਰੁਕਾਵਟ ਹੈ, ਇੱਕ ਬੈਰੀਅਰ, ਬੈਰੀਗੇਟ ਹੈ। ਇੱਥੇ ਬੰਦਾ ਰੁਕ ਜਾਂਦਾ ਹੈ, ਅੱਗੇ ਨਹੀਂ ਲੰਘ ਸਕਦਾ। ਸਤਿਗੁਰੂ ਜੀ ਨੇ ਫਰਮਾਇਆ, ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਆਸਾ ਤੇ ਮਨਸਾ ਇਹ ਬੰਧਨ ਹੈ, ਤੇ ਕਰਮ ਧਰਮ ਹੈ ਵੀ ਬੰਧਨ। ਮਨੁੱਖ ਸਾਰੀ ਜ਼ਿੰਦਗੀ ਇਹਨਾਂ ਬੰਧਨਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਇਸ ਤੋਂ ਅੱਗੇ ਲੰਘਣ ਦਾ ਯਤਨ ਨਹੀਂ ਕਰਦਾ ਕਦੇ ਵੀ। ਇਸ ਤੋਂ ਅੱਗੇ ਲੰਘਣ ਦਾ ਯਤਨ ਨਹੀਂ ਕਰਦਾ। ਫੂਟੈ ਖੱਪਰ ਦੁਬਤਾ ਮਨਸਾ। ਭਾਈ ਜਦੋਂ ਦੁਬਦਾ ਅਤੇ ਮਨਸਾ ਦਾ ਖੱਪਰ ਪੁੱਟਦਾ ਹੈ ਨਾ, ਫੁੱਟਦਾ ਹੈ ਖੱਪਰ। ਕੱਲ ਵੀ ਆਪਾਂ ਗੱਲ ਕਰ ਰਹੇ ਸੀ ਭਾਈ, ਇਹਦੇ ਵਿੱਚ ਜਿਹੜੀ ਲੈਂਗੁਏਜ ਭਾਸ਼ਾ ਵਰਤੀ ਹੋਈ ਹੈ ਉਹ ਜੋਗੀਆਂ ਵਾਲੀ ਵਰਤੀ ਹੋਈ ਹੈ। ਤੇ ਸਤਿਗੁਰੂ ਜੀ ਕਹਿ ਰਹੇ ਖੱਪਰ ਫੁੱਟ ਗਿਆ। ਖੱਪਰ ਕੀ ਹੁੰਦਾ ਹੈ?
ਪਹਿਲਾਂ ਹੁੰਦੇ ਸੀ ਇੱਥੇ ਜਦੋਂ ਸਾਧ ਸੂਝ ਜਿਹੇ ਆਏ ਕਰਦੇ ਸੀ ਨਾ, ਉਹਨਾਂ ਕੋਲ ਇੱਕ ਚਿੱਪਾ ਜਿਹਾ ਹੁੰਦਾ ਸੀ ਕਾਲੇ ਜਿਹੇ ਰੰਗ ਦਾ, ਉਹਨੂੰ ਖੱਪਰ ਭੁੱਲਿਆ ਕਰਦੇ। ਭਾਂਡਾ ਹੁੰਦਾ ਸੀ ਲੰਬੇ ਜਿਹੇ ਟੈਪ ਦਾ, ਉਹਨੂੰ ਬਿੰਡਾ ਲਾਇਆ ਹੋਇਆ ਹੁੰਦਾ ਸੀ ਪਰਦਸਤਾ ਫੜਨ ਨੂੰ, ਖੱਪਰ ਹੁੰਦਾ ਸੀ। ਕੋਈ ਵੀ ਚੀਜ਼ ਪਾਉਣੀ ਹੈ ਉਹਦੇ ਵਿੱਚ ਪਵਾ ਲਈ। ਮੰਗਦੇ ਫਿਰਦੇ ਸੀ ਗਲੀਆਂ ਵਿੱਚ ਤੇ ਅੱਗੇ ਖੱਪਰ ਕਰ ਦਿੰਦੇ ਸੀ। ਹੁਣ ਤਾਂ ਸਟੀਲ ਦੇ ਬਾਟੇ ਆ ਗਏ, ਉਹਨਾਂ ਵਿੱਚ ਚੀਜ਼ ਪਵਾ ਲੈਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਕਹਿੰਦੇ ਭਾਈ ਖੱਪਰ ਜਿਹੜਾ ਹੈ ਨਾ, ਉਹ ਤਾਂ ਦੁਬਦਾ ਅਤੇ ਮਨਸਾ ਦੇ ਨਾਲ ਭਰਿਆ ਹੋਇਆ ਹੈ, ਮਮਤਾ ਦੇ ਨਾਲ ਭਰਿਆ ਹੋਇਆ ਹੈ। ਇਹਦੇ ਵਿੱਚ ਕੋਈ ਚੰਗੀ ਚੀਜ਼ ਕਿਵੇਂ ਪਾਵੇ? ਪਹਿਲਾਂ ਹੀ ਤਾਂ ਭਰਿਆ ਪਿਆ ਹੈ ਗੰਦ ਫੰਦ ਨਾਲ। ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਖੱਪਰ ਹੈ ਉਹ ਹੀ ਫੁੱਟ ਗਿਆ। ਖੱਪਰ ਹੀ ਫੁੱਟ ਗਿਆ। ਇੱਕ ਹੁਣ ਬੈਠੇ ਬੈਠੇ ਯਾਦ ਆ ਗਈ ਗੱਲ, ਹੀਰ ਵਾਰਿਸ ਸਾਹਿਬ ਦੇ ਵਿੱਚ ਲਿਖਿਆ ਹੈ, ਕਹਿੰਦੇ ਜਦੋਂ ਰਾਂਝਾ ਰੰਗਪੁਰ ਆਪਣਾ ਗਿਆ ਨਾ, ਉੱਥੇ ਖੇੜਿਆਂ ਦੇ ਵਿੱਚ ਸਾਧ ਬਣ ਕੇ ਮੰਗਣ, ਹੱਥ ਦੇ ਵਿੱਚ ਖੱਪਰ ਪਕੜਿਆ ਹੋਇਆ ਸੀ। ਖੱਪਰ ਪਕੜਿਆ ਹੋਇਆ ਸੀ ਤੇ ਜਦੋਂ ਭੀਖ ਮੰਗੀ ਨਾ, ਉਸਨੇ ਹੀਰ ਨੇ ਅੰਦਰੋਂ ਲਿਆ ਕੇ ਚੀਣੇ ਦੇ ਚੌਲ ਪਾ ਦਿੱਤੇ। ਚੀਣੇ ਦੇ ਦਾਣੇ, ਚੀਣੇ ਦੇ ਦਾਣੇ ਪਾਏ ਤੇ ਆਪ ਹੀ ਹੱਥ ਜਿਹਾ ਹਿਲਾ ਦਿੱਤਾ, ਉਹਦਾ ਖੱਪਰ ਵੀ ਡਿੱਗ ਪਿਆ ਤੇ ਚੀਣਾ ਵੀ ਸਾਰਾ ਖਿੰਡ ਗਿਆ। ਹੁਣ ਚੀਣਾ ਜਿਹੜਾ ਹੈ ਇੰਨਾ ਬਰੀਕ ਹੁੰਦਾ ਹੈ, ਨਾ ਚੁਗਿਆ ਜਾਵੇ ਨਾ ਇਕੱਠਾ ਕਰਿਆ ਜਾਵੇ, ਬੇਕਾਰ ਹੋ। ਖੱਪਰ ਵੀ ਫੁੱਟ ਗਿਆ। ਤੇ ਸਤਿਗੁਰੂ ਜੀ ਫਰਮਾਨ ਕਰੇ, ਇਹ ਜਿਹੜਾ ਆਸਾ ਤੇ ਮਨਸਾ ਦਾ ਦੁਬਦਾ ਦਾ ਖੱਪਰ ਹੈ, ਇਹ ਫੁੱਟ ਗਿਆ। ਦੁਬਦਾ ਵੀ ਖਤਮ ਤੇ ਮਨਸਾ ਵੀ ਖਤਮ, ਮਮਤਾ ਵੀ ਖਤਮ, ਸਾਰਾ ਕੁਝ ਖਤਮ। ਇਹਨਾਂ ਤੋਂ ਬਿਲਕੁਲ ਉਦਾਸ, ਉਚਾਟ ਹੋ ਗਿਆ। ਕੋਈ ਜਿਹੜਾ ਮਨੁੱਖ ਇਹੋ ਜਿਹਾ ਹੈ ਨਾ, ਇਹੋ ਜਿਹਾ ਹੈ ਜਿਹਦੇ ਵਿੱਚ ਨਾ ਦੁਬਦਾ ਹੈ, ਨਾ ਮਨਸਾ ਹੈ, ਨਾ ਆਸਾ ਹੈ, ਨਾ ਮਮਤਾ ਹੈ, ਬਿਲਕੁਲ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਸੱਚਖੰਡ ਦਾ ਵਾਸੀ ਹੈ, ਬ੍ਰਹਮ ਦੇ ਵਿੱਚ ਲੀਨ ਹੈ, ਮੈਂ ਉਸ ਬੰਦੇ ਦਾ ਦਾਸ ਹਾਂ। ਹੈ ਕੋਈ? ਜੇ ਕੋਈ ਹੈ, ਮੈਂ ਉਹਦਾ ਦਾਸ ਹਾਂ, ਮੈਂ ਉਹਦਾ ਸੇਵਕ ਹਾਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਮਨੁੱਖ ਦੀ ਕਿੰਨੀ ਰਿਸਪੈਕਟ ਕਰ ਰਹੇ ਹੈ, ਕਿੰਨੀ ਰਿਸਪੈਕਟ ਹੈ, ਕਿਉਂਕਿ ਉਹ ਜਿਹੜਾ ਹੈ ਨਾ ਪਰਮਾਤਮਾ ਦੇ ਵਿੱਚ ਲੀਨ ਹੋਇਆ ਹੈ, ਜੁੜਿਆ ਹੋਇਆ। ਇਹ ਜਿਹੜੀ ਤਿਥੀ ਨਾਮ ਦੀ ਬਾਣੀ ਹੈ, ਬਿਲਾਵਲ ਮਹੱਲਾ ਪਹਿਲਾ ਦੀ, ਇੱਥੇ ਹੀ ਇਸ ਦੀ ਸਮਾਪਤੀ ਹੋ ਗਈ ਹੈ। ਪਿੱਛੇ ਲਿਖਿਆ ਹੈ 20 20 ਤੋਂ ਭਾਵ ਹੈ ਕਿ ਇਸ ਬਾਣੀ ਦੇ 20 ਪੈਰਾਗ੍ਰਾਫ ਹਨ, 20 ਪਦਾਂ ਵਿੱਚ ਲਿਖੀ ਹੋਈ ਹੈ। ਤੇ ਪਿੱਛੇ ਲਿਖਿਆ ਹੈ ਇੱਕ ਤੋਂ ਭਾਵ ਹੈ ਕਿ ਇਹ ਸਾਰੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਬਿਲਾਵਲ ਰਾਗ ਦੇ ਵਿੱਚ, ਤੇ ਸਾਰੀ ਬਾਣੀ ਇੱਕੋ ਬਾਣੀ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਜੀ ਦੇ ਵਿੱਚ ਸਾਰਿਆਂ ਤੋਂ ਪਿੱਛੇ ਜਾ ਕੇ ਲਿਖਿਆ ਹੋਇਆ ਹੈ 24 ਤੇ 1। ਬਈ ਇਹਦੀਆਂ 24 ਅਸ਼ਟਪਦੀਆਂ ਹਨ, 24 ਹੀ ਸ਼ਲੋਕ ਹਨ, ਤੇ ਇਹ ਬਾਣੀ ਸਾਰੀ ਇੱਕੋ ਹੀ ਹੈ। ਇਹ ਬਾਣੀ ਇੱਕੋ ਹੀ ਹੈ। ਇਹ ਜਿਹੜੀ ਬਾਣੀ ਆਪਾਂ ਨੇ ਪੜ੍ਹੀ ਹੈ ਨਾ, ਇਸ ਦੀ ਕਹਾਣੀ ਸਾਰੀ ਚੰਦਰਮਾ ਤੋਂ ਸ਼ੁਰੂ ਹੋਈ ਸੀ।
ਚੰਦਰਮਾ ਦੇ ਹਿਸਾਬ ਦੇ ਨਾਲ ਬਣਦੀ ਹੈ ਏਕਮ, ਦੂਜ, ਤੀਜ, ਚੌਥ, ਪੰਚਮੀ, ਛਠ, ਸਤਿਓਂ, ਅਠਿਓਂ, ਨੌਵੀਂ, ਦਸਵੀਂ, ਇਕਾਦਸ਼ੀ, ਦੁਆਦਸ਼ੀ, ਤਰੋਦਸ਼ੀ, ਚੌਦਸ ਤੇ ਫਿਰ ਮੱਸਿਆ। ਉਸ ਤੋਂ ਬਾਅਦ ਫਿਰ ਪੂਰਨਮਾਸ਼ੀ। ਇਹ ਤਾਂ ਚੰਦਰ